ਰੋਪੜ ਤੋਂ ਆਮ ਆਦਮੀ ਪਾਰਟੀ ਨੇ ਦਿਨੇਸ਼ ਚੱਡਾ ਨੂੰ ਦਿੱਤੀ ਟਿਕਟ ਤਾਂ ਮੌਜੂਦਾ ਵਿਧਾਇਕ ਅਮਰਜੀਤ ਸੰਦੋਆ ਨੇ ਦਿਖਾਏ ਬਾਗੀ ਤੇਵਰ। ਨਿਊਜ਼ 18 ਤੇ ਬੋਲੇ, ਚੱਡਾ ਦੇ ਉਮੀਦਵਾਰ ਰਹਿੰਦੇ ਰੋਪੜ ਦੇ ਵਿੱਚ ਨਹੀਂ ਕਰਾਂਗਾ ਕੰਮ। ਬਟਾਲਾ ਸੀਟ ਨੂੰ ਲੈ ਕੇ ਕਾਂਗਰਸ ਦੇ ਵਿੱਚ ਟਸਲ, ਰੈਲੀ ਕਰਕੇ ਸਿੱਧੂ ਨੇ ਕੀਤੀ ਅਸ਼ਵਨੀ ਸੇਖੜੀ ਦੀ ਹਮਾਇਤ, ਕਿਹਾ ਹਲਕੇ 'ਚ ਨਹੀਂ ਆਉਣ ਦੇਵਾਂਗੇ ਪੈਰਾਸ਼ੂਟ ਉਮੀਦਵਾਰ। ਕੈਬਨਿਟ ਮੰਤਰੀ ਤ੍ਰਿਪਤ ਬਾਜਵਾ ਵੀ ਇਸ ਸੀਟ ਤੋਂ ਠੋਕ ਰਹੇ ਨੇ ਦਾਅਵੇਦਾਰੀ। ਵਿਧਾਨ ਸਭਾ ਚੋਣਾਂ ਦੇ ਲਈ ਬੀਜੇਪੀ ਨੇ ਖਿੱਚੀ ਤਿਆਰੀ, 13 ਲੋਕ ਸਭਾ ਹਲਕਿਆਂ ਦੇ ਲਈ ਥਾਪੇ ਇੰਚਾਰਜ, 2022 ਦੇ ਵਿੱਚ ਸਰਕਾਰ ਬਣਾਉਣ ਦਾ ਮੁੜ ਤੋਂ ਦਾਅਵਾ। ਕਿਸਾਨ ਸਾਥੀਆਂ ਦੀ ਪਾਰਟੀ ਤੇ ਯੋਗੇਂਦਰ ਯਾਦਵ ਨੇ ਚੁੱਕੇ ਸਵਾਲ, ਕਿਹਾ ਕਿ ਜੇ ਚੜੂਨੀ ਸੀ ਗਲਤ ਤਾਂ ਹੁਣ ਕਿਉਂ ਕੀਤਾ ਚੋਣਾਂ ਲੜਨ ਦਾ ਐਲਾਨ। ਟਿਕੈਤ ਵੀ ਬੋਲੇ 4 ਮਹੀਨਿਆਂ ਦੀ ਛੁੱਟੀ ਫਿਰ ਲਵਾਂਗੇ ਹਿਸਾਬ। ਕਿਸਾਨਾਂ ਦੀ ਪਾਰਟੀ ਨੂੰ ਲੈ ਕੇ ਕਾਂਗਰਸੀਆਂ ਦੇ ਵੱਖੋ ਵੱਖਰੇ ਸੁਰ, ਪ੍ਰਧਾਨ ਸਿੱਧੂ ਤੇ ਡਿਪਟੀ ਸੀਐਮ ਸੋਨੀ ਨੇ ਕਿਸਾਨਾਂ ਦਾ ਸਿਆਸਤ ਦੇ ਵਿੱਚ ਆਉਣ ਦੇ ਉੱਤੇ ਕੀਤਾ ਸਵਾਗਤ ਤਾਂ ਐਮਪੀ ਬਿੱਟੂ ਤੇ ਬਰਿੰਦਰ ਢਿੱਲੋਂ ਨੇ ਚੁੱਕੇ ਸਵਾਲ, ਕਿਹਾ ਕਿਸਾਨਾਂ ਦੀ ਸ਼ਹਾਦਤ ਦਾ ਹੋ ਰਿਹਾ ਅਪਮਾਨ। ਸੋਮਵਾਰ ਨੂੰ ਚੰਡੀਗੜ੍ਹ ਨਗਰ ਨਿਗਮ ਚੋਣਾਂ ਦੇ ਆਉਣਗੇ ਨਤੀਜੇ, ਸਵੇਰੇ 9 ਵਜੇ ਸ਼ੁਰੂ ਹੋਵੇਗੀ ਵੋਟਾਂ ਦੀ ਗਿਣਤੀ। 35 ਵਾਰਡਸ ਦੇ ਵਿੱਚ ਬੀਜੇਪੀ, ਕਾਂਗਰਸ ਤੇ ਆਮ ਆਦਮੀ ਪਾਰਟੀ ਵਿਚਾਲੇ ਕਰੜਾ ਮੁਕਾਬਲਾ। ਕਾਂਗਰਸ ਸਾਂਸਦ ਗੁਰਜੀਤ ਔਜਲਾ ਦੀ ਕਿਸਾਨਾਂ ਨੂੰ ਅਪੀਲ, ਰੇਲਵੇ ਟਰੈਕ ਕਰੋ ਖਾਲੀ, ਆਮ ਜਨਤਾ ਹੋ ਰਹੀ ਪਰੇਸ਼ਾਨ, ਸਰਕਾਰ ਦੇ ਦਖਲ ਦੀ ਕੀਤੀ ਮੰਗ। ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਨੇ ਲਗਾਇਆ ਹੋਇਆ ਹੈ ਧਰਨਾ। ਬੰਦੀ ਸਿੰਘਾਂ ਨੂੰ ਲੈ ਕੇ ਸੀਐਮ ਚੰਨੀ ਦਾ ਬਿਆਨ, ਫਤਿਹਗੜ੍ਹ ਸਾਹਿਬ ਦੇ ਵਿੱਚ ਸੀਐਮ ਬੋਲੇ ਜਲਦ ਹੋਵੇਗੀ ਬੰਦੀ ਸਿੰਘਾਂ ਦੀ ਰਿਹਾਈ, ਸਰਕਾਰ ਨੇ ਸ਼ੁਰੂ ਕਰ ਦਿੱਤੀ ਹੈ ਪ੍ਰਕਿਰਿਆ। ਛੁੱਟੀਆਂ ਦਾ ਮਜ਼ਾ ਬਰਫ਼ ਨੇ ਕੀਤਾ ਦੁੱਗਣਾ, ਸ਼ਿਮਲਾ ਦੇ ਨੇੜੇ ਨਾਰਕੰਡਾ ਕੁਫਰੀ 'ਚ ਜ਼ਬਰਦਸਤ ਬਰਫ਼ਬਾਰੀ, ਸੈਲਾਨੀ ਖੂਬ ਮੰਨ ਰਹੇ ਹਨ। ਸਤਿ ਸ੍ਰੀ ਅਕਾਲ, ਸਵਾਗਤ ਹੈ, ਗੌਰਵ ਸ਼ੁਕਲਾ ਮੈਂ ਹਾਂ ਤੁਹਾਡੇ ਨਾਲ। ਇਸ ਬੁਲੇਟਿਨ ਦਾ ਆਗਾਜ਼ ਕਰਾਂਗੇ ਸਭ ਤੋਂ ਪਹਿਲਾਂ ਗੱਲ ਆਮ ਆਦਮੀ ਪਾਰਟੀ ਦੀ। ਆਮ ਆਦਮੀ ਪਾਰਟੀ ਦੇ ਵੱਲੋਂ ਆਪਣੇ ਉਮੀਦਵਾਰਾਂ ਦੀ ਚੌਥੀ ਲਿਸਟ ਜਾਰੀ ਕਰ ਦਿੱਤੀ ਗਈ ਹੈ ਤੇ ਟਿਕਟ ਰੋਪੜ ਤੋਂ ਵੀ ਦਿੱਤੀ ਗਈ ਹੈ, ਪਰ ਉਹ ਦਿੱਤੀ ਗਈ ਹੈ ਦਿਨੇਸ਼ ਚੱਡਾ ਨੂੰ। ਤੇ ਟਿਕਟ ਕੱਢਦਿਆਂ ਹੀ ਸੰਦੋਆ ਦੇ ਬਾਗੀ ਤੇਵਰ ਵੇਖਣ ਨੂੰ ਮਿਲੇ ਨੇ। ਮੌਜੂਦਾ ਵਿਧਾਇਕ ਨੇ ਆਮ ਆਦਮੀ ਪਾਰਟੀ ਦੇ ਰੋਪੜ ਤੋਂ ਅਮਰਜੀਤ ਸਿੰਘ ਸੰਦੋਆ, ਰੋਪੜ ਤੋਂ ਆਮ ਆਦਮੀ ਪਾਰਟੀ ਵਿਧਾਇਕ ਅਮਰਜੀਤ ਸਿੰਘ ਸੰਦੋਆ ਦੀ ਟਿਕਟ ਕੱਢ ਦਿੱਤੀ ਗਈ ਹੈ ਤੇ ਸੰਦੋਆ ਦੀ ਥਾਂ ਦਿਨੇਸ਼ ਚੱਡਾ ਨੂੰ ਉਮੀਦਵਾਰ ਐਲਾਨ ਦਿੱਤਾ ਗਿਆ ਹੈ। ਚੱਡਾ ਦੇ ਉਮੀਦਵਾਰ ਰਹਿੰਦੇ ਰੋਪੜ ਦੇ ਵਿੱਚ ਕੰਮ ਨਹੀਂ ਕਰਾਂਗਾ, ਇਹ ਬਾਗੀ ਤੇਵਰ ਜ਼ਰੂਰ ਨਜ਼ਰ ਆ ਰਹੇ ਨੇ ਅਮਰਜੀਤ ਸੰਦੋਆ ਦੇ। ਤੇ ਉਹਨਾਂ ਨੇ ਇਹ ਜ਼ਰੂਰ ਕਹਿ ਦਿੱਤਾ ਕਿ ਦਿਨੇਸ਼ ਚੱਡਾ ਨੂੰ ਜੋ ਟਿਕਟ ਦਿੱਤੀ ਗਈ ਹੈ ਉਹ ਪਾਰਟੀ ਦਾ ਫੈਸਲਾ ਠੀਕ ਨਹੀਂ। ਉੱਥੇ ਤੱਕ ਕਹਿ ਦਿੱਤਾ ਕਿ ਉਹਨਾਂ ਦੇ ਵੱਲੋਂ 4 ਤੋਂ 5 ਦਾਅਵੇਦਾਰਾਂ ਦਾ ਜ਼ਿਕਰ ਕੀਤਾ ਗਿਆ ਸੀ ਕਿ ਕਿਸੇ ਨੂੰ ਵੀ ਟਿਕਟ ਦੇ ਦਿਓ ਪਰ ਦਿਨੇਸ਼ ਚੱਡਾ ਨੂੰ ਨਹੀਂ। ਖੈਰ ਤੁਹਾਨੂੰ ਦੱਸ ਦਈਏ ਕਿ ਆਮ ਆਦਮੀ ਪਾਰਟੀ ਦੇ ਵੱਲੋਂ ਆਪਣੀ ਚੌਥੀ ਲਿਸਟ ਦੇ ਵਿੱਚ 15 ਉਮੀਦਵਾਰਾਂ ਦਾ ਐਲਾਨ ਕੀਤਾ ਗਿਆ ਹੈ। ਇਸ ਲਿਸਟ ਦੇ ਵਿੱਚ ਰੋਪੜ ਹਲਕੇ ਦਾ ਵੀ ਜ਼ਿਕਰ ਹੈ, ਸੰਗਰੂਰ ਦਾ ਵੀ ਜ਼ਿਕਰ ਹੈ, ਖੰਨਾ ਦਾ ਜ਼ਿਕਰ ਹੈ, ਫਤਿਹਗੜ੍ਹ ਸਾਹਿਬ ਦਾ ਜ਼ਿਕਰ ਹੈ। ਪੂਰੀ ਲਿਸਟ ਕੀ ਹੈ ਉਹ ਵੀ ਕੀ ਕਰਕੇ ਤੁਹਾਡੀ ਟੀਵੀ ਸਕਰੀਨ ਦੇ ਉੱਤੇ ਹੈ। ਨਿਊਜ਼ 18 ਦੇ ਉੱਤੇ, ਨਿਊਜ਼ 18 ਪੰਜਾਬ ਦੇ ਨਾਲ ਫੋਨ ਦੇ ਉੱਤੇ ਗੱਲਬਾਤ ਦੇ ਦੌਰਾਨ ਅਮਰਜੀਤ ਸੰਦੋਆ ਦੇ ਵੱਲੋਂ ਇਹ ਸਵਾਲ ਚੁੱਕੇ ਗਏ ਨੇ ਤਾਂ ਸੰਦੋਆ ਦੇ ਬਾਗੀ ਤੇਵਰ ਇਸ ਸਮੇਂ ਨਜ਼ਰ ਆ ਰਹੇ ਨੇ। ਇੱਕ ਵਾਰ ਪਹਿਲਾਂ ਟਿਕਟਾਂ ਦੇ ਉੱਤੇ ਤੁਹਾਨੂੰ ਨਜ਼ਰ ਪਾਉਂਦੇ ਆ ਕਿ ਜਿਨ੍ਹਾਂ ਨੂੰ ਟਿਕਟਾਂ ਮਿਲ ਚੁੱਕੀਆਂ ਨੇ ਇਹ ਉਹ ਆਮ ਆਦਮੀ ਪਾਰਟੀ ਦੇ ਉਮੀਦਵਾਰ ਨੇ ਜਿਹੜੇ ਤੁਹਾਡੇ ਹਲਕੇ ਦੇ ਵਿੱਚ ਇਸ ਸਮੇਂ ਆਮ ਆਦਮੀ ਪਾਰਟੀ ਦੀ ਟਿਕਟ ਦੇ ਉੱਤੇ ਚੋਣ ਲੜਦੇ ਨਜ਼ਰ ਆਉਣਗੇ। ਸਭ ਤੋਂ ਅਹਿਮ ਨੇ ਰੂਪਨਗਰ ਦਿਨੇਸ਼ ਚੱਡਾ, ਨਰਿੰਦਰ ਕੌਰ ਭਰਾਜ ਸੰਗਰੂਰ ਤੋਂ ਉਮੀਦਵਾਰ ਐਲਾਨੇ ਗਏ ਨੇ। ਭਗਵੰਤ ਮਾਨ ਕਿੱਥੋਂ ਚੋਣ ਲੜਨਗੇ ਅਜੇ ਤੱਕ ਜ਼ਰੂਰ ਹਰ ਕੋਈ ਇੰਤਜ਼ਾਰ ਕਰ ਰਿਹਾ। ਸਥਿਤੀ ਕਲੀਅਰ ਨਹੀਂ ਹੋਈ ਕਿਉਂਕਿ ਸੰਗਰੂਰ ਤੋਂ ਟਿਕਟ ਅਨਾਉਂਸ ਕਰ ਦਿੱਤੀ ਹੈ, ਦਿੜਬਾ ਤੋਂ ਹਰਪਾਲ ਚੀਮਾ ਦੀ ਟਿਕਟ ਅਨਾਉਂਸ ਹੋ ਚੁੱਕੀ ਹੈ। ਇਸ ਤੋਂ ਪਹਿਲਾਂ ਸੁਨਾਮ ਵੀ ਸੰਗਰੂਰ ਜ਼ਿਲ੍ਹੇ ਦੇ ਵਿੱਚ ਆਉਂਦਾ ਹੈ ਤਾਂ ਸੁਨਾਮ ਤੋਂ ਅਮਨ ਅਰੋੜਾ ਦੀ ਟਿਕਟ ਅਨਾਉਂਸ ਹੋ ਚੁੱਕੀ ਹੈ। ਤਾਂ ਹੁਣ ਕਿਹੜੀ ਸੀਟ ਤੋਂ ਉਮੀਦਵਾਰ ਬਣਦੇ ਨੇ ਭਗਵੰਤ ਮਾਨ, ਉਸ ਦੇ ਉੱਤੇ ਸਭ ਦੀ ਨਜ਼ਰ ਲਾਜ਼ਮੀ ਤੌਰ ਤੇ ਹੈ। ਵੱਖ-ਵੱਖ ਥਾਵਾਂ ਤੇ ਫਤਿਹਗੜ੍ਹ ਸਾਹਿਬ ਤੋਂ ਲਖਬੀਰ ਸਿੰਘ ਰਾਏ, ਮਾਨਸਾ ਤੋਂ ਡਾਕਟਰ ਵਿਜੇ ਸਿੰਗਲਾ, ਫਿਰੋਜ਼ਪੁਰ ਦਿਹਾਤੀ ਤੋਂ ਆਸ਼ੂ ਬਾਂਗੜ, ਰਾਏਕੋਟ ਤੋਂ ਹਾਕਮ ਸਿੰਘ ਠੇਕੇਦਾਰ, ਉੜਮੁੜ ਟਾਂਡਾ ਉੜਮੁੜ ਤੋਂ ਜਸਵੀਰ ਸਿੰਘ ਰਾਜਾ ਗਿੱਲ, ਮੁਕੇਰੀਆਂ ਤੋਂ ਵੀ ਉਮੀਦਵਾਰ ਐਲਾਨਿਆ ਗਿਆ ਹੈ। ਭੁਲੱਥ ਤੋਂ ਪਿਛਲੀ ਵਾਰ ਸੁਖਪਾਲ ਸਿੰਘ ਖਹਿਰਾ ਸੀ, ਇਸ ਵਾਰ ਰਣਜੀਤ ਸਿੰਘ ਰਾਣਾ ਨੇ। ਡੇਰਾਬੱਸੀ ਤੋਂ ਕੁਲਜੀਤ ਸਿੰਘ ਰੰਧਾਵਾ ਨੂੰ ਉਮੀਦਵਾਰ ਬਣਾਇਆ ਗਿਆ ਹੈ। ਨਕੋਦਰ ਤੋਂ ਇੰਦਰਜੀਤ ਕੌਰ ਮਾਨ ਨੂੰ, ਧਰਮਕੋਟ ਤੋਂ ਦਵਿੰਦਰ ਸਿੰਘ ਲਾਡੀ ਟੌਂਸ ਨੂੰ ਟਿਕਟ ਦਿੱਤੀ ਗਈ ਹੈ। ਮੁਕੇਰੀਆਂ ਤੋਂ ਗੁਰਧਿਆਨ ਸਿੰਘ ਮੁਲਤਾਨੀ ਨੂੰ ਉਮੀਦਵਾਰ ਬਣਾਇਆ ਗਿਆ ਹੈ। ਬੱਲੂਆਣਾ ਤੋਂ ਅਮਨਦੀਪ ਸਿੰਘ ਗੋਲਡੀ ਮੁਸਾਫਰ ਉਮੀਦਵਾਰ ਹੋਣਗੇ। ਖੈਰ ਮੈਂ ਵਾਪਸ ਆਉਣਾ ਰੋਪੜ ਵਾਲੀ ਸੀਟ ਦੇ ਉੱਤੇ। ਰੋਪੜ ਤੋਂ ਦਿਨੇਸ਼ ਚੱਡਾ ਨੂੰ ਟਿਕਟ ਦਿੱਤੀ ਗਈ ਹੈ, ਅਮਰਜੀਤ ਸੰਦੋਆ ਦੀ ਟਿਕਟ ਕੱਟ ਚੁੱਕੀ ਹੈ ਤੇ ਨਿਊਜ਼ 18 ਪੰਜਾਬ ਦੇ ਨਾਲ ਫੋਨ ਦੇ ਉੱਤੇ ਗੱਲਬਾਤ ਦੌਰਾਨ ਅਮਰਜੀਤ ਸੰਦੋਆ ਨੇ ਕੀ ਕੁਝ ਕਿਹਾ ਹੁਣ ਉਹ ਤੁਹਾਨੂੰ ਸੁਣਾਉਂਦੇ ਹਾਂ। ਮੈਂ ਉਹਨਾਂ ਨੂੰ ਇਹ ਗੱਲ ਕਹੀ ਵੀ ਸਾਡੇ ਜਿਹੜੇ 5 ਕੈਂਡੀਡੇਟ ਹੋਰ ਟਿਕਟਾਂ ਮੰਗਦੇ ਆ ਉਹਨਾਂ ਨੂੰ ਕਿਸੇ ਨੂੰ ਵੀ ਟਿਕਟ ਦੇ ਦਿਓ, ਤੁਸੀਂ ਉਹਨੇ ਲਿਖ ਕੇ ਵੀ ਦਿੱਤਾ ਪਾਰਟੀ ਨੂੰ ਜੀ, ਤੇ ਇਸ ਲੈ ਕੇ ਇਹਨੂੰ ਟਿਕਟ ਨਾ ਦਿਓ।
ਬਲੈਕੀਆਂ ਨੂੰ ਜਿਹੜਾ ਤੁਹਾਨੂੰ ਲੱਗਦਾ ਜਿਸ ਕਿ ਪਰਿਵਾਰ ਤੇ ਮੈਂ ਨਹੀਂ ਗੱਲ ਕਹਿੰਦਾ, ਤੁਸੀਂ ਆਪਣਾ ਟੀਵੀ ਚੈਨਲ ਭੇਜੋ ਸਵੇਰ ਨੂੰ ਨੂਰਪੁਰ ਦੇ ਲੋਕਾਂ ਦੇ ਪੁੱਛੋ, ਜਿਹੜਾ ਪਰਿਵਾਰ ਪਰ ਰੋਪ ਹੋਵਾ ਗੈਸ ਚੋਰ ਦੇ, ਦਾਰੂ ਚੋਰ ਦੇ, ਸਿਲੰਡਰ ਚੋਰ ਦੇ, ਜਿਹੜੇ ਬੰਦੇ ਖਾਦ ਦੇ ਯੂਰੀਆ ਨਾਲ ਕਿਸਾਨ ਨਾਲ ਲੈਣਾ ਹੁੰਦਾ 100 ਰੁਪਏ ਦਾ ਥੈਲਾ ਵੀ ਐਕਸਟਰਾ ਦਿੰਦੇ ਆ, ਨਾਲ ਉਹਨੂੰ ਬੋਸਟਲ ਦਾ ਪੈਕਟ ਵੀ ਦਿੰਦੇ ਆ। ਜਿਸ ਪਰਿਵਾਰ ਤੁਸੀਂ ਉਹਨਾਂ ਨੂੰ ਬਲੈਕੀਆਂ ਨੂੰ, ਜਿਨ੍ਹਾਂ ਨੇ ਪੂਰਾ ਕਾਂਗਰਸ ਵਿੱਚ 2007 ਤੋਂ ਵੀ ਬਲੈਕ ਕਰੀ ਹੈ, ਉਦੋਂ ਬਾਅਦ ਵੀ ਬਲੈਕ ਕਰਦੇ ਆਏ ਆ, ਉਹਨਾਂ ਨੂੰ ਟਿਕਟ ਦੇਵੋਗੇ ਤੁਸੀਂ? ਪੰਜਾਬ ਦੇ ਲੋਕ, ਮੈਂ ਰੋਪੜ ਦੇ ਲੋਕਾਂ ਨੂੰ ਲੁੱਟਣ ਥੋੜ੍ਹਾ ਦੇਵਾਂਗਾ। ਇਸ ਕਰਕੇ ਮੈਂ ਖੁੱਲ੍ਹ ਕੇ ਬਗਾਵਤ ਕਰਦਾ ਉਸ ਕੈਂਡੀਡੇਟ ਦੀ, ਪਰ ਮੇਰੀ ਆਮ ਆਦਮੀ ਪਾਰਟੀ ਨੂੰ ਵਧਾਈਆਂ ਕਿ ਸਰਕਾਰ ਬਣਾਉਣ। ਠੀਕ ਹੈ, ਕਈ ਭਗਵੰਤ ਮਾਨ ਸਾਹਿਬ ਸਾਡੇ ਲੀਡਰ ਨੇ, ਕੇਜਰੀਵਾਲ ਸਾਹਿਬ ਸਾਡੇ ਲੀਡਰ ਨੇ, ਪਰ ਉਸ ਬੰਦੇ ਦਾ ਮੈਂ ਸਿੱਧਾ ਵਿਰੋਧ ਕਰਦਾ ਹੈ, ਕੋਈ ਏਦਾਂ ਦੀ ਪਿੱਛੇ ਨਹੀਂ ਹਟ ਕੇ ਕਰਦਾ ਹੈ। ਔਰ ਰਾਘਵ ਚੱਡਾ ਜੀ ਬੱਚਾ ਹਜਾ, ਉਹਨੂੰ ਕਮਾਊ ਪੁੱਤ ਮਿਲ ਗਿਆ। ਇਹ ਜਿਸ ਬੰਦੇ ਨਾਲ 600 ਆਰਟੀ ਪਾਈ ਹੋਵਾ, ਕੋਈ ਹੱਲ ਨਿਕਲੇ ਉਸ ਆਰਟੀ ਦਾ? ਇੱਕ ਆਰਟੀ ਦੇ ਦਾਦੋਂ ਮੈਨੂੰ ਨਿਕਲਿਆ ਹੋਵਾ, ਪੈਸੇ ਲੈ ਕੇ ਛੱਡ ਦਿੰਦੇ ਬੰਦਿਆਂ ਨੂੰ। ਇਹ ਤੁਹਾਡੀ ਪਾਰਟੀ ਨਾ ਬੁਲਾਵੇ, ਹੋਰ ਪਾਰਟੀਆਂ ਤਾਂ ਜ਼ਰੂਰ ਸ਼ਾਇਦ ਬੁਲਾ ਰਹੀਆਂ ਹੋਣਗੀਆਂ। ਮੈਂ ਤਾਂ ਇਸੇ ਕਰਕੇ ਮੈਂ ਤੁਹਾਨੂੰ ਪਹਿਲਾਂ ਕਰਿਆ ਜੀ, ਜੇ ਤੁਹਾਨੂੰ ਇਸ ਪਾਰਟੀ ਨਿਊਜ਼ 18 ਨਾਲ ਨੌਕਰੀ ਚੋਂ ਕੱਢ ਦੇ ਤਾਂ ਤੁਹਾਨੂੰ ਵੀ ਹੋਰ ਨੌਕਰੀ ਨਵੀਂ ਤਿਆਰ ਹੁੰਦੀ ਹੈ ਜੀ। ਨਹੀਂ, ਉਹ ਤਾਂ ਫਿਰ ਡਿਸਾਈਡ ਤਾਂ ਮੈਂ ਹੀ ਕਰਨਾ ਹੋਊਗਾ ਕਿ ਮੈਂ ਲੈਣੀ ਹੈ ਕਿ ਨਹੀਂ ਲੈਣੀ। ਪੋਲੀਟੀਕਲ ਪਾਰਟੀ ਮੇਰੇ ਪਰ ਵੀ ਇਹੀ ਹੈ, ਡਿਸਾਈਡ ਮੇਰੇ ਪਰ ਵੀ ਹੈ ਜੀ। ਪਹਿਲਾਂ ਤਾਂ ਮੈਂ ਇਸ ਪਾਰਟੀ 'ਚ ਕੰਮ ਕਰਨਾ ਚਾਹੁੰਦਾ ਇੱਕ ਵਰਕਰ ਹੋ ਕੇ। ਮੈਂ ਰੋਪੜ 'ਚ ਕੰਮ ਨਹੀਂ ਕਰਾਂਗਾ 10 ਵਾਰ ਕਹਿ ਦਿੱਤਾ। ਬਾਕੀ ਮੈਂ ਜਿੱਥੇ ਮੇਰੀ ਪਾਰਟੀ ਡਿਊਟੀ ਲਾਂਗਾ ਉੱਥੇ ਕੰਮ ਕਰਾਂਗਾ ਜੀ। ਤਾਂ ਅਮਰਜੀਤ ਸੰਧੋਆ ਦਾ ਦਰਦ ਸਾਫ਼ ਤੌਰ ਤੇ ਝਲਕਦਾ ਨਜ਼ਰ ਆ ਰਿਹਾ। ਸਪਸ਼ਟ ਸ਼ਬਦਾਂ ਦੇ ਵਿੱਚ ਕਹਿ ਗਏ ਕਿ ਰੋਪੜ ਦੇ ਵਿੱਚ ਦਿਨੇਸ਼ ਚੱਡਾ ਦੇ ਲਈ ਪ੍ਰਚਾਰ ਕੋਈ ਕੰਮ ਮੈਂ ਨਹੀਂ ਕਰਾਂਗਾ। ਹੁਣ ਅੱਗੇ ਵਧਦੇ ਹਾਂ ਤੇ ਗੱਲ ਕਾਂਗਰਸ ਦੀ ਕਰਦੇ ਹਾਂ। ਕਾਂਗਰਸ ਦੇ ਵਿੱਚ ਵੀ ਟਿਕਟਾਂ ਵਾਲੀ ਟੈਨਸ਼ਨ ਹੁਣ ਸਾਫ਼ ਤੌਰ ਤੇ ਨਜ਼ਰ ਆ ਰਹੀ ਹੈ। ਪੰਜਾਬ ਕਾਂਗਰਸ ਦੇ ਵਿੱਚ ਬਟਾਲਾ ਸੀਟ ਨੂੰ ਲੈ ਕੇ ਖਾਨਾ ਜੰਗੀ ਤੇਜ਼ ਹੁੰਦੀ ਨਜ਼ਰ ਆਉਂਦੀ ਹੈ। ਨਵਜੋਤ ਸਿੰਘ ਸਿੱਧੂ ਦੇ ਵੱਲੋਂ ਅਸ਼ਵਨੀ ਸੇਖੜੀ ਦੇ ਹੱਕ ਦੇ ਵਿੱਚ ਰੈਲੀ ਕੀਤੀ ਗਈ ਤੇ ਸਾਫ਼ ਕਹਿ ਦਿੱਤਾ ਗਿਆ ਕਿ ਬਟਾਲਾ 'ਚ ਪੈਰਾਸ਼ੂਟ ਉਮੀਦਵਾਰ ਨਹੀਂ ਆਣ ਦੇਵਾਂਗੇ। ਉੱਥੇ ਮਜੀਠੀਆ ਦੇ ਮੁੱਦੇ ਉੱਤੇ ਵੀ ਨਵਜੋਤ ਸਿੰਘ ਸਿੱਧੂ ਨੇ ਇੱਕ ਵਾਰ ਮੁੜ ਤੋਂ ਆਪਣੀ ਸਰਕਾਰ ਨੂੰ ਘੇਰਿਆ। FIR ਨਾਲ ਕੱਖ ਨਹੀਂ ਹੋਣਾ ਜਦ ਤੱਕ ਪਟਾ ਫਿਰਦਾ ਨਹੀਂ, ਜਦ ਤੱਕ ਅਰੈਸਟ ਹੁੰਦਾ ਨਹੀਂ। ਸਿੱਧੂ ਚੈਨ ਨਾਲ ਪੈਂਦਾ ਨਹੀਂ, ਠੋਕੋ ਤਾੜੀ ਟਕਾ ਠੋਕੋ। ਨਵਜੋਤ ਸਿੱਧੂ ਦਾ ਇਹ ਬਿਆਨ ਵਿਕਰਮ ਮਜੀਠੀਆ ਤੇ ਹੈ, ਪਰ ਇਸ ਮੁੱਦੇ ਤੇ ਸਿੱਧੂ ਨੇ ਆਪਣੀ ਹੀ ਸਰਕਾਰ ਨੂੰ ਘੇਰਿਆ। ਸਿੱਧੂ ਨੇ ਕਿਹਾ ਕਿ ਕੱਲੀ FIR ਦੀ ਖਾਨਾਪੂਰਤੀ ਦੇ ਨਾਲ ਕੁਝ ਨਹੀਂ ਹੋਣਾ, ਗ੍ਰਿਫਤਾਰੀ ਤੱਕ ਚੁੱਪ ਨਹੀਂ ਬੈਠਾਂਗਾ। ਨਾਲੇ ਸਿੱਧੂ ਨੇ ਮਜੀਠੀਆ ਤੇ ਵੀ ਤੰਜ ਕੱਸਿਆ ਤੇ ਪੁੱਛਿਆ ਕਿ ਹੁਣ ਮਜੀਠੀਆ ਕਿੱਥੇ ਲੁਕ ਗਏ ਨੇ। ਕਿੱਥੇ ਆ ਓਏ ਤੂੰ ਵਿਕਰਮ ਮਜੀਠੀਆ? ਪੁਲਿਸ ਨੇ ਕੀਤਾ ਕਰਾਰ ਕਿ ਮਜੀਠੀਆ ਫਰਾਰ। ਉਹ ਘਰ 'ਚ ਤਾਂ ਬੈਠ, ਜੇ ਤੇਰੇ 'ਚ ਦਮ ਹੈ ਤੇ ਖੜਨਾ ਹੁਣ। ਡਰਦਾ ਪਟੇ ਤੋਂ? ਮਾਈਨਿੰਗ ਦੇ ਮੁੱਦੇ ਤੇ ਵੀ ਨਵਜੋਤ ਸਿੱਧੂ ਨੇ ਆਪਣੀ ਸਰਕਾਰ ਤੇ ਸਵਾਲ ਚੁੱਕੇ। ਤੇ ਫਿਰ 2000 ਕਰੋੜ ਰੁਪਈਆ ਰੇਤੇ 'ਚੋਂ ਕਿਉਂ ਨਹੀਂ ਆਉਂਦਾ? ਮੈਂ ਉਦੋਂ ਵੀ ਕਿਹਾ ਸੀ ਤੇ ਮੈਂ ਅੱਜ ਤੁਹਾਨੂੰ ਕਹਿਣਾ, ਜੇ ਨਵਜੋਤ ਸਿੰਘ ਸਿੱਧੂ ਦਾ ਪੰਜਾਬ ਮਾਡਲ ਲਾਉਣ ਦੀ ਇਜਾਜ਼ਤ ਦਿੱਤੀ ਉੱਪਰਲਿਆਂ ਨੇ, 1000 ਰੁਪਈਏ ਤੋਂ ਵੱਧ ਟਰਾਲੀ ਵੇਚ ਕੇ ਦਿਖਾਵੇ, ਕੋਈ ਪੁੜੇ ਵੜ ਦੂਗਾ। 1000 ਰੁਪਈਏ ਤੋਂ ਵੱਧ। ਉਧਰ ਬਟਾਲਾ ਸੀਟ ਨੂੰ ਲੈ ਕੇ ਵੀ ਕਾਂਗਰਸ 'ਚ ਆਪਸੀ ਲੜਾਈ ਚੱਲ ਰਹੀ ਹੈ। ਕੈਬਨਿਟ ਮੰਤਰੀ ਤ੍ਰਿਪਤ ਬਾਜਵਾ ਤੇ ਅਸ਼ਵਨੀ ਸੇਖੜੀ ਵਿਚਾਲੇ ਅਕਸਰ ਟੱਸਲ ਵੇਖਣ ਨੂੰ ਮਿਲਦੀ ਹੈ। ਬਟਾਲਾ ਰੈਲੀ ਦੇ ਵਿੱਚ ਨਵਜੋਤ ਸਿੱਧੂ ਨੇ ਅਸ਼ਵਨੀ ਸੇਖੜੀ ਦੀ ਖੁੱਲ੍ਹ ਕੇ ਹਮਾਇਤ ਕੀਤੀ ਤੇ ਕਿਹਾ ਕਿ ਹਲਕੇ ਦੇ ਵਿੱਚ ਪੈਰਾਸ਼ੂਟ ਉਮੀਦਵਾਰ ਨਹੀਂ ਆਉਣ ਦੇਵਾਂਗੇ। ਮੈਂ ਕਹਿੰਦਾ ਕਿਹਨੂੰ ਲੜਾਉਣਾ ਹੈ? ਕਿਹਨੂੰ ਲੜਾਉਣਾ? ਠੋਕੋ ਤਾੜੀ ਠੋਕੋ। ਇਹਨੂੰ ਬਣਾਉਣਾ, ਉਹਨੂੰ ਬਣਾਉਣਾ, ਤੇ ਕੰਮ ਕਿਨੇ ਕਰਾਣਾ? ਕੰਮ ਕਿਨੇ ਕਰਾਣਾ? ਤੇ ਫਿਰ ਜੱਟ ਕਹਿੰਦਾ ਤੁਹਾਨੂੰ ਟਿਕਾ ਕੇ ਕਿ ਬਾਹਰੋਂ ਕੋਈ ਉਡਾਰੀ ਮਾਰ ਕੇ ਇੱਥੇ ਨਹੀਂ ਆਣਾ, ਇੱਥੇ ਸਿੱਧਾ ਬੰਦਾ ਆਉਣਾ। ਬਟਾਲਾ ਸੀਟ ਨੂੰ ਲੈ ਕੇ ਪਹਿਲਾਂ ਹੀ ਤ੍ਰਿਪਤ ਬਾਜਵਾ ਤੇ ਅਸ਼ਵਨੀ ਸੇਖੜੀ ਆਮੋ ਸਾਹਮਣੇ ਹੋ ਚੁੱਕੇ ਨੇ। ਇਸ ਵਿਚਾਲੇ ਸਿੱਧੂ ਦੇ ਇਸ ਬਿਆਨ ਨੇ ਮੁੜ ਚਰਚਾ ਛੇੜ ਦਿੱਤੀ ਹੈ। ਟਿਕਟਾਂ ਦੀ ਟੱਸਲ ਵਿਚਾਲੇ ਨਵਜੋਤ ਸਿੱਧੂ ਨੂੰ ਪਹਿਲਾਂ ਵੀ 2 ਧਿਰਾਂ ਚੋਂ ਇੱਕ ਧਿਰ ਨੂੰ ਆਪਣੀ ਥਾਪੀ ਦਿੱਤੀ ਹੈ। ਬਟਾਲਾ ਤੋਂ ਬਿਸ਼ੰਬਰ ਬਿੱਟੂ, ਨਿਊਜ਼ 18 ਪੰਜਾਬ। ਉਦੋਂ 2022 ਦੇ ਸਿਆਸੀ ਮੈਦਾਨ ਨੂੰ ਲੈ ਕੇ ਪੰਜਾਬ ਬੀਜੇਪੀ ਵੀ ਪੂਰੀ ਸਰਗਰਮ ਨਜ਼ਰ ਆਉਂਦੀ ਹੈ, ਜਿਸ ਦੇ ਤਹਿਤ ਪੰਜਾਬ ਦੇ 13 ਲੋਕ ਸਭਾ ਹਲਕਿਆਂ ਦੇ ਵਿੱਚ ਇੰਚਾਰਜ ਦੀ ਨਿਯੁਕਤੀ ਕਰ ਦਿੱਤੀ ਗਈ ਹੈ। ਅੰਮ੍ਰਿਤਸਰ ਲੋਕ ਸਭਾ ਹਲਕੇ ਤੋਂ ਅਵਿਨਾਸ਼ ਰਾਏ ਖੰਨਾ, ਲੁਧਿਆਣਾ ਤੋਂ ਰਜਿੰਦਰ ਮੋਹਨ ਸਿੰਘ ਚੀਨਾ, ਹੁਸ਼ਿਆਰਪੁਰ ਤੋਂ ਕੇਂਦਰੀ ਰਾਜ ਮੰਤਰੀ ਸੋਮ ਪ੍ਰਕਾਸ਼ ਨੂੰ ਇੰਚਾਰਜ ਨਿਯੁਕਤ ਕੀਤਾ ਗਿਆ ਹੈ। ਉੱਥੇ ਚੋਣ ਪ੍ਰਚਾਰ ਨੂੰ ਹੋਰ ਭਖਾਉਣ ਦੇ ਲਈ ਜਲੰਧਰ ਦੇ ਵਿੱਚ ਬੀਜੇਪੀ ਦੇ ਚੋਣ ਦਫ਼ਤਰ ਦੀ ਵੀ ਸ਼ੁਰੂਆਤ ਕੀਤੀ ਗਈ। ਹਵਨ ਪੂਜਾ ਕਰਕੇ ਹਾਈਟੈਕ ਚੋਣ ਦਫ਼ਤਰ ਦਾ ਆਗਾਜ਼ ਹੋਇਆ। ਇਸ ਦੌਰਾਨ ਪੰਜਾਬ ਬੀਜੇਪੀ ਦੇ ਚੋਣ ਇੰਚਾਰਜ ਗਜੇਂਦਰ ਸ਼ੇਖਾਵਤ ਸਣੇ ਪੰਜਾਬ ਦੀ ਲੀਡਰਸ਼ਿਪ ਮੌਜੂਦ ਰਹੀ।
ਤੇ ਬੀਜੇਪੀ ਆਗੂਆਂ ਨੇ ਵਿਧਾਨ ਸਭਾ ਚੋਣਾਂ ਦੇ ਵਿੱਚ ਜਿੱਤ ਦਾ ਦਮ ਭਰਿਆ, ਸਰਕਾਰ ਬਣਾਉਣ ਦਾ ਦਾਅਵਾ ਕੀਤਾ। कि पंजाब की जनता अब इस हकीकत को समझ चुकी है। पंजाब की जनता इन झूठे वादे करने वाले लोगों को भी पहचान चुकी है। भारतीय जनता पार्टी का कार्यकर्ता उत्साहित है, पूरी ताकत के साथ लगा है, लेकिन साथ ही साथ पंजाब की जनता का प्यार, चाहे शहरों में या पिंड में, सब जगह भारतीय जनता पार्टी के कार्यकर्ताओं को मिल रहा है। हम नया इतिहास बनाने का श्री गणेश आज से यहाँ इस कार्यालय के माध्यम से कर चुके हैं और निश्चित रूप से मैं विश्वास से कह सकता हूँ कि अब की बार पंजाब में एक नया इतिहास बनेगा। ਅੱਜ ਲੋਕਾਂ ਨੂੰ ਪਤਾ ਹੀ ਹੈ ਕਿ ਪੰਜਾਬ ਦੀ ਕਾਨੂੰਨ ਵਿਵਸਥਾ ਜਿਸ ਪ੍ਰਕਾਰ ਚਰਮਰਾਈ ਹੈ, ਪੰਜਾਬ ਦੇ ਅੰਦਰ ਜਿਸ ਪ੍ਰਕਾਰ ਅਰਾਜਕਤਾ ਦਾ ਵਾਤਾਵਰਣ ਹੈ, ਰੋਜ਼ ਫਰੋਖਤੀ ਦੇ ਮਾਮਲੇ ਆ ਜਾਂਦੇ ਨੇ। ਲੁਧਿਆਣਾ ਦਾ ਬੰਬ ਬਲਾਸਟ ਇਸ ਗੱਲ ਵੱਲ ਸੰਕੇਤ ਕਰਦਾ ਹੈ ਕਿ ਪੰਜਾਬ ਦੇ ਅੰਦਰ ਕਾਨੂੰਨ ਨਾਮ ਦੀ ਕੋਈ ਚੀਜ਼ ਨਹੀਂ ਹੈ और यदि अमन नहीं है, शांति नहीं है तो विकास नहीं हो सकता। और भारतीय जनता पार्टी इस गल की गारंटी है कि वो सद्भावना और एके नूं मजबूत दे नाल नाल कानून दा राज स्थापित कर सकती है, जिस महिलावां सुरक्षित होण, जिस नौजवान दे लई रोजगार दे साधन सिरजन होण। इस करके मेरा अपना भी अद्धे पंजाब दे अंदर जाना हो गया है। लगभग 48 विधान सभा मैं होके आया, बदला है पंजाब देख रहा। 2010 ਚ ਵੀ ਮੈਂ ਪ੍ਰਧਾਨ ਸੀ, ਹੁਣ ਵੀ ਪ੍ਰਧਾਨ ਆ, ਪਰ ਹੁਣ ਪੰਜਾਬ ਬਦਲਿਆ ਹੋਇਆ। ਪੰਜਾਬ ਬੀਜੇਪੀ ਲਈ ਆਉਣ ਦੇ ਲਈ, ਜਾਣ ਦੇ ਲਈ ਤਿਆਰ ਹੈ ਔਰ ਸਰਕਾਰ ਬਣਾਉਣ ਲਈ ਤਿਆਰ ਹੈ। ਤਾਂ ਸਾਰੀਆਂ ਸਿਆਸੀ ਪਾਰਟੀਆਂ ਇਸ ਸਮੇਂ ਖੂਬ ਤਿਆਰੀ ਦੇ ਵਿੱਚ ਨਜ਼ਰ ਆ ਰਹੀਆਂ ਨੇ 2022 ਦੇ ਇਲੈਕਸ਼ਨ ਨੂੰ ਲੈ ਕੇ। ਇਲੈਕਸ਼ਨ ਜ਼ਿਆਦਾ ਦੂਰ ਨਹੀਂ, ਪਰ ਹੁਣ ਗੱਲ ਕਿਸਾਨਾਂ ਦੀ ਵੀ। ਜਿਹੜੇ ਸਿਆਸਤਦਾਨ ਕਿਸਾਨ ਆਗੂਆਂ ਬਾਰੇ ਬੋਲਣ ਤੋਂ ਪਹਿਲਾਂ 100 ਵਾਰ ਸੋਚਦੇ ਸਨ, ਤਾਂ ਜਿਵੇਂ 2022 ਦੀਆਂ ਚੋਣਾਂ ਤੋਂ ਪਹਿਲਾਂ 22 ਕਿਸਾਨ ਜਥੇਬੰਦੀਆਂ ਨੇ ਸਿਆਸੀ ਮੋਰਚੇ ਦਾ ਐਲਾਨ ਕੀਤਾ, ਤਾਂ ਅੱਗੋਂ ਸਿਆਸਤਦਾਨਾਂ ਨੇ ਵੀ ਤਿੱਖੇ ਵਾਰ ਕਰਨੇ ਸ਼ੁਰੂ ਕਰ ਦਿੱਤੇ। ਸਿਰਫ ਇੰਨਾ ਹੀ ਨਹੀਂ, ਸੰਯੁਕਤ ਕਿਸਾਨ ਮੋਰਚੇ ਦੇ ਤੇਵਰ ਵੀ ਸਖਤ ਨਜ਼ਰ ਆ ਰਹੇ ਨੇ। ਕਿਸਾਨਾਂ ਦਾ ਸਿਆਸਤ ਦੇ ਵਿੱਚ ਸਵਾਗਤ ਸੁਲਗ ਦੇ ਸਵਾਲਾਂ ਦੇ ਨਾਲ ਹੋਇਆ ਹੈ। ਜੋ ਸਿਆਸਤਦਾਨ ਹੁਣ ਤੱਕ ਕਿਸਾਨਾਂ ਨੂੰ ਸਿਰ ਅੱਖਾਂ ਉੱਤੇ ਬਿਠਾਉਂਦੇ ਸਨ, ਹੁਣ ਉਹੀ ਤਿੱਖੇ ਤੀਰ ਚਲਾ ਰਹੇ ਨੇ। ਪੰਜਾਬ ਦੀ ਹਾਕਮ ਧਿਰ ਕਾਂਗਰਸ ਦੇ ਐਮਪੀ ਰਵਨੀਤ ਬਿੱਟੂ ਨੇ ਇੱਕ ਟਵੀਟ ਦੇ ਨਾਲ ਹੀ ਕਿਸਾਨ ਆਗੂਆਂ ਤੋਂ ਸਿਆਸੀ ਆਗੂ ਬਣੇ ਚਿਹਰਿਆਂ ਦੇ ਉੱਤੇ तमाम ਸਵਾਲ ਕਰ ਦਿੱਤੇ। ਬਿੱਟੂ ਲਿਖਦੇ ਨੇ ਕਿ ਪੰਜਾਬ ਚੋਣਾਂ ਦੇ ਲਈ ਐਮਐਸਪੀ ਵਾਲੀ ਲੜਾਈ ਛੱਡ ਦਿੱਤੀ, ਕਿ ਕਿਸਾਨ ਆਗੂ ਪਹਿਲਾਂ ਹੀ ਸਿਆਸਤ ਤੋਂ ਪ੍ਰੇਰਿਤ ਸਨ। ਮਾਰੇ ਗਏ 700 ਕਿਸਾਨਾਂ ਤੇ ਲਖੀਮਪੁਰ ਦੇ ਪੀੜਤਾਂ ਦਾ ਇਨਸਾਫ ਮਿਲ ਗਿਆ। ਆਮ ਆਦਮੀ ਨੇ ਅੰਨਾ ਹਜ਼ਾਰੇ ਨੂੰ ਵਰਤ ਕੇ ਸੁੱਟ ਦਿੱਤਾ। ਹੁਣ ਇਹਨਾਂ ਕਿਸਾਨ ਲੀਡਰਾਂ ਨਾਲ ਵੀ ਇਹੀ ਹੋਵੇਗਾ। ਬਿੱਟੂ ਇਕੱਲੇ ਨਹੀਂ ਨੇ ਜਿਨ੍ਹਾਂ ਨੂੰ ਕਿਸਾਨ ਆਗੂਆਂ ਤੋਂ ਸ਼ਿਕਾਇਤ ਹੋਵੇ। ਯੂਥ ਕਾਂਗਰਸ ਦੇ ਪ੍ਰਧਾਨ ਬਰਿੰਦਰ ਢਿੱਲੋਂ ਦੇ ਤੇਵਰ ਹੋਰ ਵੀ ਤਲਖ ਨੇ। ਉਹ ਕਹਿੰਦੇ ਨੇ, ਤੁਸੀਂ ਸਿਆਸਤਦਾਨਾਂ ਦੇ ਨਾਲ ਮੰਚ ਸਾਂਝਾ ਨਹੀਂ ਕਰਨਾ ਚਾਹੁੰਦੇ ਸੀ ਅਤੇ ਹੁਣ ਤੁਸੀਂ ਆਪਣੇ ਨਵੇਂ ਬੌਸ ਅਰਵਿੰਦ ਕੇਜਰੀਵਾਲ ਦੇ ਹੇਠਾਂ ਕੰਮ ਕਰੋਗੇ। ਕਿਸਾਨ ਲੀਡਰਾਂ ਨੇ ਕਿਸਾਨਾਂ ਨੂੰ ਕੇਜਰੀਵਾਲ ਦੇ ਕੋਲ ਵੇਚਿਆ। ਬੀਜੇਪੀ ਸਾਨੂੰ ਪੂੰਜੀਪਤੀਆਂ ਦੇ ਕੋਲ ਵੇਚ ਰਹੀ ਸੀ ਅਤੇ ਹੁਣ ਤਥਾ ਕਥਿਤ ਕਿਸਾਨ ਸਿਆਸੀ ਫਾਇਦੇ ਦੇ ਲਈ ਕਿਸਾਨਾਂ ਨੂੰ ਵੇਚ ਰਹੇ ਨੇ। ਅਜਿਹਾ ਵੀ ਨਹੀਂ ਕਿ ਸਾਰੀ ਦੀ ਸਾਰੀ ਕਾਂਗਰਸ ਇਸ ਤਰ੍ਹਾਂ ਦੇ ਖਿਆਲਾਤ ਰੱਖਦੀ ਹੋਵੇ, ਕਿਉਂਕਿ ਪਾਰਟੀ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੂੰ ਇਸ ਦੇ ਵਿੱਚ ਕੁਝ ਵੀ ਗਲਤ ਨਜ਼ਰ ਨਹੀਂ ਆਉਂਦਾ। ਹਾਂ, ਇਹਨਾਂ ਜ਼ਰੂਰ ਕਹਿੰਦੇ ਨੇ ਕਿ ਫਰਕ ਖੁਦ ਜਨਤਾ ਤੈਅ ਕਰੇਗੀ। ਸਭ ਤੋਂ ਪਹਿਲਾ ਪੋਲੀਟੀਸ਼ੀਅਨ ਮੈਂ ਸੀ ਜਿਹੜਾ ਕਹਿੰਦਾ ਸੀਗਾ ਕਿ ਜਾਂ ਤੇ ਤੁਸੀਂ ਆਪਣੀ ਗੱਲ ਪੋਲੀਟੀਕਲ ਮਨਵਾਉਣ ਦੇ ਲਈ ਆਪ ਇਲੈਕਸ਼ਨ ਲੜ ਲਓ ਜਾਂ ਕਿਸੇ ਪਾਰਟੀ ਤੋਂ ਆਪਣੀ ਗੱਲ ਮਨਵਾ ਲਓ, ਲੇਕਿਨ ਮਕਸਦ ਇੱਕੋ ਹੀ ਹੈ ਕਿ ਕਿਸਾਨ ਨੂੰ ਇੱਜ਼ਤ ਦੀ ਰੋਟੀ ਮਿਲੇ। ਉਹਦੀ ਘਟ ਰਹੀ ਪ੍ਰੋਡਕਟਿਵਿਟੀ, ਉਹਦੀ ਘਟ ਰਹੀ ਆਮਦਨ ਤੇ ਵੱਧ ਰਹੀ ਲਾਗਤ, ਇਹਨੂੰ ਨੱਥ ਪਵੇ। ਸੰਯੁਕਤ ਸਮਾਜ ਮੋਰਚੇ ਦੇ ਬੈਨਰ ਹੇਠ ਆਏ ਆਗੂਆਂ ਤੋਂ ਜਿੰਨੇ ਅਸਹਿਜ ਸਿਆਸਤਦਾਨ ਨੇ, ਉਸ ਤੋਂ ਕਿਤੇ ਜ਼ਿਆਦਾ ਨਾਰਾਜ਼ਗੀ ਉਹਨਾਂ ਦੇ ਆਪਣੇ ਸਾਥੀਆਂ ਦੇ ਵਿੱਚ ਹੈ। ਸੰਯੁਕਤ ਕਿਸਾਨ ਮੋਰਚਾ ਪਹਿਲਾਂ ਹੀ ਕਿਨਾਰਾ ਕਰ ਚੁੱਕਾ ਹੈ ਅਤੇ ਹੁਣ ਸਵਾਲ ਸਿੱਧਾ ਸਿਆਸਤਦਾਨ ਬਣੇ ਕਿਸਾਨ ਆਗੂਆਂ ਦੀ ਮਨਸ਼ਾ ਦੇ ਉੱਤੇ ਚੁੱਕੇ ਜਾ ਰਹੇ ਨੇ। मुझे बड़ी हैरानी हुई कि गुरनाम सिंह को पार्टी बनाने के लिए सजा देने वाले लोग कल खुद वही घोषणा कर रहे थे। कई सबने, कुछ लोगों ने काम किया। संयुक्त किसान मोर्चा कोई चुनाव नहीं लड़ रहा। कुछ लोगों ने वहां पे वे छुट्टी पे गए थे 4 महीने की। अब छुट्टी पर जा के कोई ताश खेल रहा और कोई मसूरी घूमने जा रहा, बताओ हम क्या कर ले भाई। ਕਿਸਾਨ ਮੋਰਚੇ ਦੀ ਕਾਮਯਾਬੀ ਹੀ ਉਸ ਦੀ ਏਕਤਾ ਸੀ। ਕੇਂਦਰ ਦੇ ਖਿਲਾਫ ਸਾਲ ਭਰ ਤੱਕ ਸੜਕਾਂ ਦੇ ਉੱਤੇ ਸਾਰੇ ਇਕੱਠੇ ਸਨ,
ਪਰ ਸਿਆਸੀ ਮੋੜ ਦੇ ਉੱਤੇ ਰਾਹ ਹੁਣ ਵੱਖੋ-ਵੱਖ ਹੋਣ ਲੱਗੇ ਨੇ। ਨਿਗਾਹਾਂ ਹੁਣ 15 ਜਨਵਰੀ ਦੀ ਉਸ ਬੈਠਕ ਦੇ ਉੱਤੇ ਨੇ ਜਿਸ ਦੇ ਵਿੱਚ ਪਹਿਲਾਂ ਅੰਦੋਲਨ ਦੀ ਅੱਗੇ ਦੀ ਰਣਨੀਤੀ ਤੈਅ ਹੋਣੀ ਸੀ, ਪਰ ਹੁਣ ਸ਼ਾਇਦ ਪਹਿਲਾਂ ਆਪਣੇ ਸਾਥੀਆਂ ਦਾ ਭਵਿੱਖ ਤੈਅ ਹੋਵੇਗਾ। ਬਿਊਰੋ ਰਿਪੋਰਟ, ਨਿਊਜ਼ 18 ਪੰਜਾਬ। ਤਾਂ ਸਭ ਦੀ ਨਜ਼ਰ ਤਾਂ ਇਸ ਸਮੇਂ ਜ਼ਰੂਰ ਹੈ ਕਿ ਕਿਸਾਨ ਜਥੇਬੰਦੀਆਂ ਦਾ ਅਗਲਾ ਕਦਮ ਕੀ ਹੋਏਗਾ। ਕਿਸਾਨ ਜਥੇਬੰਦੀਆਂ ਦੇ ਆਗੂ ਜੋ ਹੁਣ ਸਿਆਸਤਦਾਨ ਬਣ ਚੁੱਕੇ ਨੇ ਉਹਨਾਂ ਦਾ। ਪਰ ਇਸ ਸਭ ਦੇ ਵਿਚਾਲੇ ਕਾਂਗਰਸ ਦੇ ਐਮਪੀ ਗੁਰਜੀਤ ਔਜਲਾ ਕਿਸਾਨਾਂ ਨੂੰ ਅਪੀਲ ਕਰ ਰਹੇ ਨੇ ਕਿ ਰੇਲਵੇ ਟਰੈਕ ਖਾਲੀ ਕਰ ਦਿਓ। ਜੀ ਐਮਪੀ ਗੁਰਜੀਤ ਔਜਲਾ ਕਹਿ ਰਹੇ ਨੇ ਕਿ ਆਮ ਜਨਤਾ ਨੂੰ ਪਰੇਸ਼ਾਨੀ ਹੋ ਰਹੀ ਹੈ ਤੇ ਸਰਕਾਰ ਦੇ ਵੱਲੋਂ ਵੀ ਦਖਲ ਦੀ ਮੰਗ ਉਹ ਕਰਦੇ ਨਜ਼ਰ ਆਏ ਤੇ ਉਹਨਾਂ ਨੇ ਕਿਹਾ ਕਿ ਸਰਕਾਰ ਦਖਲ ਦੇਵੇ, ਟਰੈਕ ਖਾਲੀ ਕਰੇ। ਦਰਅਸਲ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਵੱਲੋਂ ਇਹ ਧਰਨਾ ਟਰੈਕਸ ਦੇ ਉੱਤੇ ਲਗਾਇਆ ਗਿਆ। ਕਿਸਾਨ ਕਰਜ਼ ਮਾਫੀ ਸਣੇ ਕਈ ਮੰਗਾਂ ਨੂੰ ਲੈ ਕੇ ਟਰੈਕਸ ਜਾਮ ਕੀਤੇ ਗਏ ਨੇ, ਜਿਸ ਦੀ ਵਜ੍ਹਾ ਨਾਲ ਆਵਾਜਾਈ ਦਾ ਜਿਹੜਾ ਉਹ ਅਸਰ ਪੈ ਰਿਹਾ। ਮੁਸਾਫਰ ਖੱਜਲ ਖੁਆਰ ਹੋ ਰਹੇ ਨੇ ਤੇ ਗੁਰਜੀਤ ਔਜਲਾ ਕਹਿ ਰਹੇ ਨੇ ਕਿ ਟਰੈਕ ਖਾਲੀ ਕਰ ਦਿਓ। ਸਰਕਾਰ ਨੂੰ ਕਹਿ ਰਹੇ ਨੇ ਕਿ ਤੁਸੀਂ ਟਰੈਕ ਖਾਲੀ ਕਰੋ। ਜਿਹੜੇ ਸਮਝੌਤੇ ਹੋਏ 32 ਕਿਸਾਨ ਜਥੇਬੰਦੀਆਂ ਵੱਲੋਂ, ਉਹ ਸਮਝੌਤੇ ਕੇਂਦਰ ਦੇ ਨਾਲ ਹੋ ਚੁੱਕੇ ਨੇ। ਸਾਰੇ ਉਹਨਾਂ ਨਾਲ ਸਹਿਮਤ ਹੋ ਗਏ, ਉੱਥੋਂ ਉੱਠ ਕੇ ਵਾਪਸ ਤੁਸੀਂ ਘਰਾਂ ਨੂੰ ਆਏ ਜੇ। ਹੁਣ ਜੇ ਕੋਈ ਤੁਹਾਡਾ ਮੁਕਾਲਤਾ ਸਰਕਾਰ ਨਾਲ ਹੈਗਾ, ਬੇਸ਼ੱਕ ਦੀ ਚੰਡੀਗੜ੍ਹ ਧਰਨਾ ਲਾਓ, ਸੀਐਮ ਨੂੰ ਘੇਰੋ, ਜੋ ਤੁਹਾਡਾ ਜੀ ਕਰਦਾ ਸਰਕਾਰ ਦੇ ਵਿਰੁੱਧ ਕਰੋ, ਪਰ ਕਿਰਪਾ ਕਰਕੇ ਰੇਲ ਜਿਹੜੀਆਂ ਨੇ ਸਾਡੇ ਅੰਮ੍ਰਿਤਸਰ ਦੀਆਂ ਨਾ ਰੋਕੀਆਂ ਜਾਵੇ। ਅਸੀਂ ਬਾਰਡਰ ਤੇ ਅੱਗੇ ਹੀ ਆ, ਸਾਡੇ ਕੋਲ ਕਾਰੋਬਾਰ ਵੈਸੇ ਹੀ ਸਾਡੇ ਲੋਕਾਂ ਕੋਲ ਕੋਈ ਨਹੀਂ ਹੈਗਾ। ਕਰੋਨਾ ਦੀ ਮਹਾਮਾਰੀ ਕਰਕੇ ਬਹੁਤ ਹੀ ਬੁਰੇ ਹਾਲਤ ਹੈ। ਖਾਸ ਕਰ ਜਿਹੜਾ ਵਿਚਾਰਾ ਰਿਕਸ਼ਾ ਚਲਾਉਂਦਾ, 3 ਵੀਲਰ ਚਲਾਉਂਦਾ, ਟੈਕਸੀ ਚਲਾਉਂਦਾ, ਉਹਨਾਂ ਦੀ ਹਾਲਤ ਕਿਤੇ ਜਾ ਕੇ ਪੁੱਛੋ ਹਾਲਤ ਕੀ ਹੈ। ਮੈਂ ਇੱਕ ਬੇਨਤੀ ਕਰੂੰਗਾ, ਕਿਰਪਾ ਕਰਕੇ ਇਹ ਕੰਮ ਨਾ ਕਰੋ। ਇਹ ਸਾਡੇ ਹਿੱਤ 'ਚ ਨਹੀਂਗਾ, ਅੰਮ੍ਰਿਤਸਰ ਦੇ ਹਿੱਤ 'ਚ ਨਹੀਂਗਾ। ਤੁਹਾਡੀ ਲੜਾਈ ਕੇਂਦਰ ਨਾਲ ਹੋ ਸਕਦੀ ਹੈ, ਤੁਹਾਡੀ ਲੜਾਈ ਸਟੇਟ ਨਾਲ ਹੋ ਸਕਦੀ ਹੈ। ਕਿਰਪਾ ਕਰਕੇ ਕੇਂਦਰ ਦੇ ਜਾ ਕੇ ਧਰਨਾ ਦਿਓ, ਜੋ ਮਰਜ਼ੀ ਕਰੋ ਤੁਸੀਂ, ਪੰਜਾਬ 'ਚ ਜੋ ਮਰਜ਼ੀ ਕਰੋ, ਪਰ ਕਿਰਪਾ ਕਰਕੇ ਅੰਮ੍ਰਿਤਸਰ ਤੇ ਰਹਿਮ ਕਰਿਆ ਕਰੋ। ਹੁਣ ਅੱਗੇ ਵਧਦੇ ਅਗਲੀ ਖਬਰ ਦਾ ਰੁਖ ਕਰਦੇ ਹਾਂ। ਰੋਜ਼ਗਾਰ, ਸਿੱਖਿਆ ਤੇ ਸਿਹਤ ਜਿੱਥੇ ਵੱਡੇ ਮੁੱਦੇ ਨੇ ਤਾਂ ਉੱਥੇ ਹੀ ਮਹਿਲਾਵਾਂ ਦੀ ਸੁਰੱਖਿਆ, ਮਹਿਲਾਵਾਂ ਨੂੰ ਬਣਦੀਆਂ ਸਹੂਲਤਾਂ ਦੇਣਾ ਇਹ ਸਭ ਤੋਂ ਅਹਿਮ ਹੈ। ਤੇ ਦਿੱਲੀ ਦੇ ਵਿੱਚ ਇਸ ਨੂੰ ਲੈ ਕੇ ਕੀ ਤਸਵੀਰ ਹੈ, ਰਿਪੋਰਟ ਦੇਖੋ। ਅਜੋਕੇ ਦੌਰ ਦੇ ਵਿੱਚ ਜ਼ਿਆਦਾਤਰ ਮਹਿਲਾਵਾਂ ਪੁਰਸ਼ਾਂ ਦੇ ਨਾਲ ਖੜ ਮੋਢੇ ਦੇ ਨਾਲ ਮੋਢਾ ਲਾ ਕੇ ਨੌਕਰੀ ਕਰਦੀਆਂ ਨੇ ਤੇ ਕਈ ਅਜਿਹੀਆਂ ਮਹਿਲਾਵਾਂ ਨੇ ਜੋ ਘਰ ਦੇ ਵਿੱਚ ਰਹਿੰਦੀਆਂ ਨੇ ਤੇ ਨਿਰਭਰ ਕਰਦੀਆਂ ਨੇ ਆਪਣੇ ਪਤੀ ਤੇ ਪਰਿਵਾਰ ਦੇ ਪੈਸਿਆਂ ਤੇ ਇਹਨਾਂ ਦੋਵਾਂ ਹੀ ਸੂਰਤਾਂ ਦੇ ਵਿੱਚ ਜੇਕਰ ਔਰਤ ਦੇ ਰੋਜ਼ਾਨਾ ਦੇ ਕੁਝ ਖਰਚਿਆਂ ਨੂੰ ਸਰਕਾਰ ਘੱਟ ਕਰਨ 'ਚ ਸਮਰੱਥ ਹੋ ਜੇ ਤਾਂ ਬੇਹੱਦ ਵੱਡਾ ਸਹਾਰਾ ਤੇ ਹੁੰਗਾਰਾ ਲੱਗਦਾ ਹੈ। ਇਹ ਅਸੀਂ ਨਹੀਂ ਬਲਕਿ ਦਿੱਲੀ ਦੀਆਂ ਇਹਨਾਂ ਔਰਤਾਂ ਦਾ ਖੁਦ ਕਹਿਣਾ ਹੈ। सुविधा इतने सुविधाएं नहीं बताओ ना, घर से बाहर कहीं जा सकते हो, फ्री सेवा, खाने पीने को देख लो। अब चलो हमारा राशन नहीं है मगर जिसके बने हुए उनको तो राशन सुविधा आई फ्री। अब देखिए मार्च तक फ्री है। भी बैठे रहते, कोई छेड़ नहीं सकता, कोई किसी प्रकार की बदतमीजी नहीं होती, अपना आराम से बैठते, महिलाओं को इज्जत दी जाती है। दरअसल दिल्ली सरकार ਦੇ ਵੱਲੋਂ ਔਰਤਾਂ ਨੂੰ ਦਿੱਲੀ ਸਹੂਲਤ ਦੇ ਮੁਤਾਬਿਕ ਔਰਤਾਂ ਦੇ ਲਈ ਬੱਸਾਂ ਦਾ ਕਿਰਾਇਆ ਬਿਲਕੁਲ ਫ੍ਰੀ ਹੈ, ਜਿਸ ਤੇ ਔਰਤਾਂ ਧੰਨਵਾਦ ਕਰਦੀਆਂ ਨਜ਼ਰ ਆਉਂਦੀਆਂ ਨੇ। रेगुलर बस में सफर करती हूँ, मेरा महीने का 3000 रुपया बच जाता है, ठीक है। और केजरीवाल जी ने बच्चों के स्कूल में अच्छी व्यवस्था कर रखी है। पहले बहुत अच्छा लगता है और मैं केजरीवाल जी को वोट देती हूँ और उन्होंने बहुत अच्छा किया हुआ है लेडीज के लिए। ਤੇ ਕੁਝ ਨਹੀਂ ਕਿਹਾ, ਬੇਸ਼ੱਕ 10 ਰੁਪਏ ਲੈ ਕੇ ਵੀ ਘਰੋਂ ਨਿਕਲਣ ਤਾਂ ਵੀ ਆਪਣਾ ਕੰਮ ਪੂਰਾ ਕਰਕੇ ਘਰ ਵਾਪਸ ਪਰਤ ਸਕਦੇ ਨੇ। ਹੁਣ ਅੱਗੇ ਵਧਦੇ ਅਗਲੀ ਖਬਰ ਦਾ ਰੁਖ ਕਰਦੇ ਤੇ ਗੱਲ ਨਵਜੋਤ ਸਿੰਘ ਸਿੱਧੂ ਦੀ। ਨਵਜੋਤ ਸਿੰਘ ਸਿੱਧੂ ਆਪਣੇ ਬਿਆਨਾਂ ਨੂੰ ਲੈ ਕੇ ਮੁੜ ਵਿਵਾਦਾਂ ਦੇ ਵਿੱਚ ਨੇ ਤੇ ਹੁਣ ਉਹ ਪੁਲਿਸ ਤੇ ਦਿੱਤੇ ਬਿਆਨ ਨੂੰ ਲੈ ਕੇ ਘਿਰੇ ਨੇ। ਪਹਿਲਾਂ ਸੁਲਤਾਨਪੁਰ ਲੋਧੀ ਤੇ ਹੁਣ ਬਟਾਲਾ ਰੈਲੀ ਦੇ ਵਿੱਚ ਦਿੱਤੇ ਬਿਆਨ ਨੂੰ ਲੈ ਕੇ ਵਿਰੋਧੀ ਤੇ ਚੰਡੀਗੜ੍ਹ ਪੁਲਿਸ ਸਵਾਲ ਚੁੱਕ ਰਹੀ ਹੈ। ਆ ਮੁੰਡਾ ਵੇਖੋ, ਪੀਲੀ ਜੈਕਟ ਪਾ ਕੇ ਗਾਡਰ ਵਰਗਾ, ਥਾਣੇਦਾਰ ਨੂੰ ਖੰਗਾਰਾ ਮਾਰੇ ਪੈਂਟ ਕਰ ਦਿੰਦਾ ਗਿੱਲੀ, ਠੋਕੋ ਤਾੜੀ ਇਹਦੇ ਨਾਂ ਦੀ। ਤੁਹਾਡੇ 6 ਫੁੱਟ 4 ਇੰਚ ਵਾਲੇ ਬੰਦੇ ਨੂੰ ਜਿਹੜਾ ਖੰਗਾਰਾ ਮਾਰਦਾ, ਥਾਣੇਦਾਰ ਦੀ ਪੈਂਟ ਗਿੱਲੀ ਕਰ ਦਿੰਦਾ। ਨਵਜੋਤ ਸਿੰਘ ਸਿੱਧੂ ਦੇ ਇਹ ਦੋ ਬਿਆਨ, ਇੱਕ ਸੁਲਤਾਨਪੁਰ ਲੋਧੀ ਰੈਲੀ ਦਾ ਹੈ ਤੇ ਇੱਕ ਬਟਾਲਾ ਰੈਲੀ ਦਾ। 18 ਦਸੰਬਰ ਨੂੰ ਸੁਲਤਾਨਪੁਰ ਲੋਧੀ ਤੇ 26 ਦਸੰਬਰ ਨੂੰ ਬਟਾਲਾ ਰੈਲੀ 'ਚ ਨਵਜੋਤ ਸਿੰਘ ਸਿੱਧੂ ਵੱਲੋਂ ਪੁਲਿਸ ਲਈ ਵਰਤੇ ਇਹ ਲਫ਼ਜ਼ ਜਿਨ੍ਹਾਂ ਤੇ ਵਿਰੋਧੀ ਸਵਾਲ ਚੁੱਕ ਰਹੇ ਨੇ ਤੇ ਪੁਲਿਸ ਮੁਲਾਜ਼ਮ ਇਸ ਦੀ ਨਿਖੇਧੀ ਕਰ ਰਹੇ ਨੇ। ਪਰ ਇਸ ਬਿਆਨ ਬਾਰੇ ਜਦੋਂ ਨਵਜੋਤ ਸਿੰਘ ਸਿੱਧੂ ਤੋਂ ਪੁੱਛਿਆ ਗਿਆ ਤਾਂ ਉਹਨਾਂ ਦਾ ਇਸ ਤੇ ਆਪਣਾ ਹੀ ਅਲੱਗ ਤਰਕ ਸੀ। ਇਹ ਗੱਲ ਨੂੰ ਸੁਣੋ, ਇੱਕ ਗੱਲ ਨੂੰ ਧਿਆਨ ਨਾਲ ਸਮਝ ਲਓ। ਮੇਰੀ ਜ਼ਿੰਦਗੀ ਦੇ ਵਿੱਚ ਹਰੇਕ ਚੀਜ਼, ਲੋਹੇ ਦੇ ਚਣੇ ਚਬਾਉਣ ਦਾ ਮਤਲਬ ਇਹ ਨਹੀਂ ਵੀ ਮੈਂ ਤੇਰੇ ਮੂੰਹ 'ਚ ਲੋਹਾ ਪਾ ਦਿਆਂ ਤੂੰ ਲੋਹਾ ਚੱਬੇਗਾ ਮਿੱਤਰਾ। ਇਹ ਗੱਲ ਜਿਹੜੀ ਹੈ ਇਹ ਇੱਕ ਫਿਕਸ਼ਨਲ ਗੱਲ ਹੈ ਕਿ ਭਾਈ ਬੰਦਾ ਰੋਹ ਵਾਲਾ, ਇਸ ਨੂੰ ਜਿੱਦਾਂ ਮਰਜ਼ੀ ਤੋੜੀ ਮੋੜੀ ਜਾਓ।
ਨਵਜੋਤ ਸਿੱਧੂ ਦੇ ਇਸ ਬਿਆਨ ਤੇ ਭਾਜਪਾ ਨੇ ਨਿਸ਼ਾਨੇ ਸਾਧੇ ਨੇ। ਭਾਜਪਾ ਦਾ ਕਹਿਣਾ ਹੈ ਕਿ ਨਵਜੋਤ ਸਿੰਘ ਸਿੱਧੂ ਦੇ ਅਜਿਹੇ ਬਿਆਨ ਉਹਨਾਂ ਦੀ ਮਾਨਸਿਕਤਾ ਨੂੰ ਦਰਸਾਉਂਦੇ ਨੇ। मुझे लगता है कि बयान आपने ठीक से पढ़ा नहीं था। उन्होंने बयान ये दिया है कि एमएलए को इतना ताकतवर होना चाहिए कि जो आकर के अगर टांग जो है खड़ंजा मारे तो वो उसकी पैंट गीली हो जाए। देखिए ये उनकी मानसिकता का परिचय है। ਨਵਜੋਤ ਸਿੱਧੂ ਨੇ ਇਸ ਤੋਂ ਪਹਿਲਾਂ ਸੁਲਤਾਨਪੁਰ ਲੋਧੀ ਦੇ ਵਿੱਚ ਹੀ ਪੁਲਿਸ ਪ੍ਰਤੀ ਅਜਿਹਾ ਬਿਆਨ ਦਿੱਤਾ ਸੀ। ਉਸ ਤੋਂ ਬਾਅਦ ਚੰਡੀਗੜ੍ਹ ਦੇ ਡੀਐਸਪੀ ਸ਼ੇਰ ਸਿੰਘ ਚੰਦੇਲ ਨੇ ਵੀ ਨਿਖੇਧੀ ਕੀਤੀ ਸੀ। ਉਹੀ ਫੋਰਸ ਉਹਨਾਂ ਦੀ ਹਿਫਾਜ਼ਤ ਕਰਦੀ ਹੈ, ਉਹਨਾਂ ਦੀ ਫੈਮਿਲੀ ਦੀ ਹਿਫਾਜ਼ਤ ਕਰਦੀ ਹੈ, ਉਹਨਾਂ ਦੀ ਰਾਖੀ ਕਰਦੀ ਹੈ। ਜੇ ਐਡੀ ਗੱਲ ਹੈ ਤਾਂ ਇਹ ਫੋਰਸ ਨੂੰ ਵਾਪਸ ਕਰਕੇ ਆਪਣੇ ਆਪ ਘੁੰਮਣ। 10-10 20-20 ਬੰਦੇ ਇੱਕ ਕੰਪਨੀ ਆਪਣੇ ਨਾਲ ਲਈ ਘੁੰਮਦੇ ਹਨ ਫੋਰਸ ਦੀ। ਫੋਰਸ ਤੋਂ ਬਿਨਾਂ ਤਾਂ ਰਿਕਸ਼ੇ ਵਾਲਾ ਵੀ ਇਹਨਾਂ ਦਾ ਕਹਾ ਨਹੀਂ ਮੰਨਦਾ। ਨਵਜੋਤ ਸਿੱਧੂ ਦੇ ਇਹਨਾਂ ਬਿਆਨਾਂ ਤੋਂ ਬਾਅਦ ਸਿਆਸਤ ਵੀ ਗਰਮਾ ਚੁੱਕੀ ਹੈ। ਵਿਰੋਧੀ ਪਾਰਟੀਆਂ ਵੀ ਉਹਨਾਂ ਤੇ ਨਿਸ਼ਾਨੇ ਸਾਧ ਰਹੀਆਂ ਨੇ। ਪਰ ਨਵਜੋਤ ਸਿੰਘ ਸਿੱਧੂ ਦਾ ਕਹਿਣਾ ਹੈ ਕਿ ਸ਼ਬਦਾਂ ਦੀ ਬਜਾਏ ਜਜ਼ਬਾਤਾਂ ਨੂੰ ਸਮਝਣ ਦੀ ਲੋੜ ਹੈ। ਬਟਾਲਾ ਤੋਂ ਬਿਸ਼ੰਬਰ ਬਿੱਟੂ ਦੇ ਨਾਲ ਜਲੰਧਰ ਤੋਂ ਸੁਰਿੰਦਰ ਕੰਬੋਜ, ਨਿਊਜ਼ 18 ਪੰਜਾਬ।